ਤੁਸੀਂ ਮੇਰੇ ਹੱਥ ਵਿੱਚ ਜੋ ਚੀਜ਼ ਦੇਖ ਰਹੇ ਹੋ, ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਇਹ ਹੈ, ਇਹ ਕੋਈ ਲੱਕੜ ਨਹੀਂ ਬਲਕਿ ਗੋਹੇ ਦੇ ਨਾਲ ਬਣੀ ਹੋਈ ਇੱਕ ਲੌਗ ਹੈ, ਇੱਕ ਲੱਕੜ ਦਾ ਪੀਸ ਹੈ। ਲੱਕੜ ਵਾਕਨ ਇਸ ਨੂੰ ਬਣਾਇਆ ਗਿਆ। ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਦੇਖਣ ਵਾਲੀ ਇਹ ਹੈ ਕਿ ਇਹ ਜਿਹੜਾ ਗੋਹੇ ਨਾਲ ਬਣੀ ਹੋਈ ਕਹਿ ਲਈਏ, ਇਹਨੂੰ ਲੌਗ ਕਹਿ ਲਈਏ ਜਾਂ ਫਿਰ ਇਹਨੂੰ ਇੱਕ ਟਾਣਾ ਕਹਿ ਲਈਏ, ਤੇ ਇਹ ਲੱਕੜ ਨਾਲ ਬਣਿਆ ਹੋਇਆ, ਇਹ ਜਿਹੜਾ ਗੋਹੇ ਨਾਲ ਬਣਿਆ ਹੋਇਆ ਟਾਣਾ, ਇਸ ਨੂੰ ਕਿਸ ਤਰੀਕੇ ਇਸਤੇਮਾਲ ਕੀਤਾ ਜਾਣਾ ਹੈ, ਇਸ ਨੂੰ ਲੈ ਕੇ ਇੱਕ ਵੱਡੀ ਜਿਹੜੀ ਹੈ ਕੋਸ਼ਿਸ਼ ਕਹਿ ਲਈਏ ਕਿ ਪੰਜਾਬ ਦੀ ਕੁੜੀ ਨੇ ਕੀਤੀ ਹੈ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਕਹਿੰਦੇ ਆ ਕਿ ਜਿਹੜਾ ਇਨਸਾਨ ਦੁਨੀਆ ਤੇ ਆਇਆ ਉਸਨੇ ਦੁਨੀਆ ਨੂੰ ਛੱਡ ਕੇ ਜਾਣਾ ਵੀ ਜ਼ਰੂਰ ਹੈ, ਤੇ ਉਸੇ ਦੇ ਜਦੋਂ ਕੋਈ ਇਨਸਾਨ ਦੁਨੀਆ ਛੱਡ ਕੇ ਜਾਂਦਾ ਤਾਂ ਉਸਦੇ ਅੰਤਿਮ ਸੰਸਕਾਰ ਵੇਲੇ ਲੱਕੜਾਂ ਦਾ ਇਸਤੇਮਾਲ ਕੀਤਾ ਜਾਂਦਾ। ਪਰ ਕਦੀ ਕਿਸੇ ਨੇ ਸੋਚਿਆ ਕਿ ਉਸ ਅੰਤਿਮ ਸੰਸਕਾਰ ਵੇਲੇ ਕਿੰਨੀ ਲੱਕੜ ਦਾ ਇਸਤੇਮਾਲ ਹੁੰਦਾ, ਤੇ ਉਸ ਲੱਕੜ ਦੇ ਇਸਤੇਮਾਲ ਦੇ ਲਈ ਕਿਸ ਤਰੀਕੇ ਦੇ ਨਾਲ ਪੇੜਾਂ ਨੂੰ ਕੱਟਣਾ ਪੈਂਦਾ। ਸੋ ਉਸੇ ਦਾ ਹੱਲ ਕਿਤੇ ਨਾ ਕਿਤੇ ਅੱਜ ਮੇਰੇ ਹੱਥ ਵਿੱਚ ਹੈ, ਤੇ ਇਹ ਲੱਕੜ ਦਾ ਨਹੀਂ ਬਲਕਿ ਗੋਹੇ ਦਾ ਬਣਿਆ। ਅਕਸਰ ਕਿਹਾ ਜਾਂਦਾ ਹੈ ਕਿ ਗਾਂ ਦਾ ਜਿਹੜਾ ਗੋਹਾ ਹੈ ਉਸ ਨੂੰ ਪਵਿੱਤਰ ਮੰਨਿਆ ਜਾਂਦਾ। ਉਸ ਦੀ ਪਵਿੱਤਰਤਾ ਨੂੰ ਦੇਖਦਿਆਂ ਹੋਇਆਂ ਇਹ ਚੀਜ਼ ਬਣਾਈ ਗਈ ਹੈ। ਹਾਲਾਂਕਿ ਜਦੋਂ ਅੱਜ ਤੋਂ ਕੁਝ ਸਮਾਂ ਪੁਰਾਣੀ ਗੱਲ ਕਰੀਏ ਤਾਂ ਜਦੋਂ ਵੀ ਅੰਤਿਮ ਸੰਸਕਾਰ ਕੀਤਾ ਜਾਂਦਾ ਸੀਗਾ, ਉਸ ਵਕਤ ਪੰਜਾਬ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਪਾਥੀਆਂ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ। ਸੋ ਇਹਨੂੰ ਆਪਾਂ ਕਿਸੇ ਤਰੀਕੇ ਨਾਲ, ਜੇ ਮੈਂ ਇਸ ਨੂੰ ਗਲਤ ਨਾ ਕਹਾਂ ਤਾਂ ਇਹ ਵੀ ਇੱਕ ਤਰੀਕੇ ਦੀ ਪਾਥੀ ਹੈ ਜੋ ਕਿ ਲੱਕੜ ਦੀ ਸ਼ੇਪ ਦੇ ਵਿੱਚ ਜਾਂ ਫਿਰ ਕਹਿ ਲਈਏ ਇੱਕ ਲੌਗ ਦੀ ਸ਼ੇਪ ਦੇ ਵਿੱਚ ਬਣਾਈ ਗਈ ਹੈ। ਕਿਸ ਤਰੀਕੇ ਦੇ ਨਾਲ ਇਹ ਆਈਡੀਆ ਆਇਆ, ਤੇ ਮੋਹਾਲੀ ਦੀ ਗਊਸ਼ਾਲਾ ਦੇ ਵਿੱਚ ਜੋ ਕਿ MC ਗਊਸ਼ਾਲਾ ਹੈ ਉਸ ਦੇ ਵਿੱਚ ਇਹਨਾਂ ਲੌਗਸ ਦਾ ਨਿਰਮਾਣ, ਇਹਨਾਂ ਪਾਥੀਆਂ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ। ਸਾਡੇ ਨਾਲ ਸੁਹਾਨੀ ਹੈ ਜੋ ਕਿ 16 ਸਾਲ ਦੀ ਹੈ, ਤੇ 16 ਸਾਲ ਦੀ ਉਮਰ ਦੇ ਵਿੱਚ ਇਸ ਕੁੜੀ ਨੇ ਸੋਚਿਆ ਕਿ ਕਿੰਨਾ ਜਿਹੜਾ ਹੈ ਜਦੋਂ ਅੰਤਿਮ ਸੰਸਕਾਰ ਹੁੰਦਾ ਤੇ ਕਿੰਨਾ ਜਿਹੜਾ ਪੇੜ ਵੱਢਿਆ ਜਾਂਦਾ ਉਸ ਨੂੰ ਕਿਸ ਤਰੀਕੇ ਰੋਕਿਆ ਜਾਵੇ, ਘੱਟ ਤੋਂ ਘੱਟ ਲੱਕੜ ਦਾ ਇਸਤੇਮਾਲ ਹੋਵੇ ਤੇ ਲੱਕੜ ਦੀ ਥਾਂ ਦੂਸਰੀ ਕੋਈ ਐਸੀ ਚੀਜ਼ ਇਸਤੇਮਾਲ ਹੋਵੇ ਜੋ ਕਿ ਸੰਸਕਾਰ ਦੇ ਵਿੱਚ ਕੰਮ ਆਵੇ ਤੇ ਵਾਤਾਵਰਨ ਨੂੰ ਵੀ ਦੂਸ਼ਿਤ ਨਾ ਕਰੇ ਤੇ ਪੇੜਾਂ ਦੀ ਕਟਾਈ ਤੋਂ ਵੀ ਰੋਕਿਆ ਜਾਵੇ। ਸੁਹਾਨੀ, ਸਭ ਤੋਂ ਪਹਿਲਾਂ ਤਾਂ ਸਵਾਲ ਮੇਰਾ ਇਹੀ ਆਉਂਦਾ ਤੁਹਾਨੂੰ ਕਿ ਇਹ ਜਿਹੜਾ ਆਈਡੀਆ ਤੁਸੀਂ ਲੈ ਕੇ ਆਏ ਹੋ, ਜਿਹੜੀ ਮਸ਼ੀਨ ਜਿਹੜੀ ਤੁਸੀਂ ਲੈ ਕੇ ਆਏ ਹੋ, ਇਹ ਮਸ਼ੀਨ ਦਾ ਆਈਡੀਆ ਤੁਹਾਨੂੰ ਕਿੱਦਾਂ ਆਇਆ? ਕਿਸ ਤਰੀਕੇ ਤੁਸੀਂ ਸੋਚ ਕੀਤੀ ਕਿ ਨਹੀਂ ਜੀ ਲੱਕੜ ਦੀ ਥਾਂ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ? तो कुछ महीने पहले अप्रैल में सैडली मेरे दादू पास्ट अवे एंड उनका हमारा पैटर्नल होम जयपुर में है, तो हम उनको वहाँ ले गए थे उनके लास्ट राइट्स के लिए। तो उधर मैंने देखा कि जो क्रिमेशन के लिए वो वुड नहीं यूज़ कर रहे थे पर काउ डंग लॉग्स यूज़ कर रहे थे, एंड मुझे लगा ये बहुत यूनिक आइडिया था, मैंने कभी भी ऐसे पहले नहीं देखा था। तो मैंने थोड़ी और रिसर्च की और मुझे पता लगा कि 500 kg लकड़ी इस्तेमाल होती है हर एक बॉडी को क्रिमेट करने के लिए, और 500 kg अप्रॉक्सीमेटली 2 ट्रीज़ हो गए। एंड जो ये ट्रीज़ जो काटते हैं वो ट्रीज़ हैं जो इंडिया के इंडिजिनस हैं, मतलब मैंगो, पीपल, नीम, एंड इनकी लाइफ स्पैन 400 साल तक होती है, पर हम इन्हें 15-20 साल पर काट देते हैं जस्ट क्योंकि हमें ये हमारे सेल्फिश यूज़ के लिए। तो मैं इस गौशाला में काफ़ी फ्रीक्वेंटली आती रहती थी, तो मुझे पता चला कि 2.5 टन्स ऑफ गोबर इज़ प्रोड्यूस्ड एवरी डे, एंड उसमें से काफ़ी तो वर्मी कंपोस्टिंग के लिए यूज़ हो जाता है और काफ़ी फॉर पॉट्स एंड दियास, पर फिर भी आराम से 1.5 टन इन काउडंग लॉग्स के लिए हम रख सकते हैं। और मुझे ये पता चला है जो काउडंग लॉग्स है वो बहुत क्लीनर एंड ग्रीनर ऑल्टरनेटिव है एज ए सोर्स ऑफ एनर्जी एज़ कम्पेयर टू वुड, क्योंकि 2 रीजंस है। एक तो ये रिन्यूएबल रिसोर्स ऑफ एनर्जी है, एंड दूसरा क्योंकि इसकी कैलोरीफिक वैल्यू ज़्यादा है, क्योंकि ज़्यादा हीट प्रोड्यूस करती है इसलिए फ्यूअर एमिशंस प्रोड्यूस होते हैं, एंड बस 250 to 300 kg of cow dung log is sufficient to cremate a single body. तो मैंने ये आइडिया जब गौशाला में फ्लोट किया था तो they were very supportive and extremely responsive. They were like कि हाँ हम आराम से कर लेंगे, आप बस मशीन्स ले आओ एंड वो सारा। तो पिछले 3-4 महीने में आई काफ़ी ज़्यादा रिसर्च की मैंने, एंड मैंने डिफरेंट कॉरपोरेट्स को ईमेल्स देखी कि वो फंड्स रेज कर पाए, एंड फाइनली हमारी मशीन आ गई, एंड दिस कैन प्रोड्यूस अबाउट 200 kgs पर आवर काउडंग लॉग्स प्रोड्यूस कर सकती है। एंड हमने अभी टाइप्स भी किए हुए हैं जो बिलोंगी की क्रेमेटोरियम ग्राउंड है, तो होपफुली वहाँ पर 25 to 50% कम हो जाएगा यूसेज ऑफ वुड, एंड स्लोली होपफुली और ज़्यादा होता रहे, एंड वी कैन एक्सटेंड इट टू डिफरेंट पार्ट्स ऑफ इंडिया। अभी आई थिंक जयपुर एंड नागपुर में तो चल ही रहा है,
पर अभी आई एम होपिंग टू एक्सटेंड इट ऑल ओवर इंडिया, बट इट्स ऑल अबाउट सोशल एक्सेप्टेंस. एंड अभी वी वर टॉकिंग टू समवन जो क्रेमेटोरियम में होते हैं, दे सेड कि लोग वर ऑल्सो वेरी एक्सेप्टिव, क्योंकि द थिंग इज़ जो ये काउ डंग है वो हमेशा से बहुत पवित्र मानी जाती है ना, तो इसलिए ये तो काफ़ी नेचुरली लोगों को एक्सेप्टेंस में आ गई. इट्स जस्ट अबाउट इंट्रोड्यूसिंग इट अप, क्योंकि अभी भी लोगों को लकड़ी का लाइक जो स्पेशली जो क्रेमेटोरियम में वर्क करते हैं उन्हें दे आर यूज टू लाइक यूजिंग लकड़ी, पर वी जस्ट हैव टू इंट्रोड्यूस काउ डंग लॉग्स, वी हैव टू ब्रिंग आउट मशीनरीज एंड होपफुली विद द हेल्प ऑफ द गवर्नमेंट वी विल बी एबल टू एक्सटेंड इट ऑल ओवर इंडिया. ਸੁਹਾਨੀ, ਸਭ ਤੋਂ ਪਹਿਲਾਂ ਇਹਦੇ ਵਿੱਚ ਸਵਾਲ ਵੱਡਾ ਉੱਠਦਾ, ਤੁਸੀਂ ਕਾਓ ਡੰਗ ਦੀ ਗੱਲ ਕੀਤੀ ਹੈ, ਕੱਲੇ ਕਾਓ ਡੰਗ ਦੇ ਨਾਲ ਇਸ ਦੇ ਵਿੱਚ ਹੋਰ ਕੀ ਜਿਹੜਾ ਇਸਤੇਮਾਲ ਕੀਤਾ ਜਾਂਦਾ ਜਿਸ ਨਾਲ ਕਹਿ ਲਈਏ ਕਿ ਇਹਦੇ ਵਿੱਚ ਜਿਹੜਾ ਲੌਗ ਬਣਦਾ ਜਿੱਦਾਂ ਲੌਗ ਸ਼ੇਪ 'ਚ ਆ ਰਿਹਾ, ਕੀ ਕੁਝ ਹੋਰ ਇਸਤੇਮਾਲ ਕੀਤਾ ਜਾਂਦਾ ਕਾਓ ਡੰਗ ਦੇ ਇਲਾਵਾ? तो हम इसके साथ अभी सोच रहे हैं जो कोकोपीट नहीं होता जो कोकोनट से मिलता है, वंस यू लाइक श्रेड कर लेते हो कोकोनट को, हम उसको भी मिला सकते हैं. नारियल का बुरादा जो नारियल का बुरादा, हाँ नारियल का बुरादा, तो उसको अगर मिला लेंगे ना तो वो बहुत अच्छे से जो पानी होता है उसे सोकअप कर लेता है, उससे वो ज़्यादा जल्दी ड्राई बन जाती है, ज़्यादा स्ट्रॉन्ग भी बनकर आती है जो काउ डंग लॉग्स होती है हमारी. तो अभी हम ट्राई कर रहे हैं कि उसको भी इसमें मिला लें, क्योंकि वरना वैसे जो कोकोनट होता है उसको डिस्पोज करना थोड़ा मुश्किल होता है, क्योंकि अगर आप कंपोस्ट पिट्स में डालोगे तो महीने लग जाएंगे पर वो होंगी नहीं डिकम्पोज, इसलिए हम उसको श्रेड्स कर देते हैं एंड देन हम सोच रहे हैं कि इसमें भी मिला लें, क्योंकि इससे फिर डबल फ़ायदे हो जाएंगे हमारे. ਸੋ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਇਹ ਆਂਦੀ ਸੁਹਾਨੀ ਕਿ ਜਦੋਂ ਤੁਸੀਂ ਇਹ ਆਈਡੀਆ ਖਾਸ ਕਰਕੇ ਜਦੋਂ ਤੁਸੀਂ ਆਪਣੇ ਘਰਦਿਆਂ ਨਾਲ ਸਾਂਝਾ ਕੀਤਾ, ਜਦੋਂ ਤੁਸੀਂ ਘਰਦਿਆਂ ਨਾਲ ਗੱਲ ਕੀਤੀ ਕਿ ਮੈਂ ਆਹ ਚੀਜ਼ ਕਰਨਾ ਚਾਹੁੰਦੀ ਹਾਂ, ਉਹਨਾਂ ਦਾ ਪਹਿਲਾ ਕੀ ਰਿਐਕਸ਼ਨ ਸੀਗਾ? ਉਹਨਾਂ ਨੇ ਤੁਹਾਨੂੰ ਕਿਸ ਤਰੀਕੇ ਨਾਲ ਮਤਲਬ ਕਿਹਾ ਕਿ ਹਾਂ ਇਹ ਪੋਸੀਬਲ ਹੈ ਜਾਂ ਨਹੀਂ ਹੈ? ਕਿਉਂਕਿ ਤੁਸੀਂ ਵੀ ਜ਼ਿਕਰ ਕੀਤਾ ਕਿ ਸੁਸਾਇਟੀ ਦਾ ਕਿਤੇ ਨਾ ਕਿਤੇ ਇੱਕ ਸਵਾਲ ਜ਼ਰੂਰ ਖੜਾ ਹੋ ਜਾਂਦਾ ਹੈ, ਸੁਸਾਇਟੀ ਵਾਲੇ ਕੀ ਕਹਿਣਗੇ, ਲੋਕ ਇਹਨੂੰ ਐਕਸੈप्ट ਕਰਨਗੇ नहीं करेंगे? हाँ जी, लकीली मेरे पेरेंट्स वर वेरी सपोर्टिव. उल्टा उन्होंने मुझे बताया था कि तुम्हें इस पर रेस करने चाहिए फंड्स, तुम्हें इंट्रोड्यूस करना चाहिए आइडिया मोहाली की गौशाला में, एंड वो काफ़ी ज़्यादा सपोर्टिव रही पूरी मेरी फैमिली, एंड उन्होंने काफ़ी मदद भी की थी मुझे लाइक ईमेल्स बनाने में एंड उन सारी लॉजिस्टिक्स को मैनेज करने में, तो वो तो काफ़ी सपोर्टिव थे. दे वर वेरी इनकरेजिंग एंड दे सेड कि करना चाहिए हमें ऐसे यूज़. ਤੇ ਜਦੋਂ ਪਹਿਲੀ ਵਾਰੀ ਤੁਹਾਨੂੰ ਲੋਕਾਂ ਨੇ ਸਪੋਰਟ ਕਰਨਾ ਸ਼ੁਰੂ ਕੀਤਾ ਉਸ ਵਕਤ ਤੁਹਾਨੂੰ ਕੀ ਫੀਲ ਹੋਇਆ? ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਲੋਕਾਂ ਨੇ ਸਿੱਧੇ ਤੌਰ ਦੇ ਉੱਤੇ ਜਿਹੜਾ ਗਊਸ਼ਾਲਾ 'ਚ ਆ ਕੇ ਦਾਨ ਕੀਤਾ, ਤੁਸੀਂ ਜਦੋਂ ਫੰਡਸ ਰੇਜ਼ करने को? हाँ, मुझे काफ़ी अच्छा लगा, मुझे लगा ये बहुत इंपॉर्टेंट एनवायरमेंटल कॉज है, एंड जब मैंने देखा इतने लोग सपोर्ट कर रहे थे मुझे बहुत ही खुशी हुई देखकर कि इतने सारे लोग इसमें बिलीव कर रहे हैं जिसमें मैं बिलीव करती हूँ, तो मैं काफ़ी ज़्यादा खुशी हुई. मतलब स्पेशली अभी जब मैं क्रेमेटोरियम में गई थी एंड मुझे पता चला कि ये लाइक यूज़ करने वाले हैं काउ डंग लॉग्स, में तो बहुत ही खुश थी. मतलब वो बहुत सपोर्टिव थे, काफ़ी इनकरेजिंग थे. तो ਕਿਹੜੇ ਸ਼ਮਸ਼ਾਨ ਘਾਟ ਨਾਲ ਤੁਹਾਡੀ ਜਿਹੜੀ ਗੱਲ ਹੋਈ ਹੈ ਤੇ ਕੁਝ ਹੈ ਕੋਈ ਲੱਗਦਾ ਕਿ ਆਉਣ ਵਾਲੇ ਸਮੇਂ ਤੋਂ ਜਿਹੜਾ यूज़ हो? हाँ, अभी तो हमने बलोंगी में टाई अप किया हुआ है क्रेमेटोरियम ग्राउंड. अभी हम अब कहीं गए भी थे, मुझे याद नहीं आ रहा नाम, अभी यहीं से 5 मिनट दूर है आई थिंक ये क्रेमेटोरियम, तो वहाँ पर हमें पता चला कि वहाँ पर भी हमने यहाँ डोनेट की हुई थी. अभी वो यूज़ नहीं कर रहे थे, बलोंगी में तो टाई अप हो गया एंड वो यूज़ करेंगे, बट हमने उनसे बात की एंड दे वर लाइक कि हाँ हम यूज़ कर लेंगे, क्योंकि बहुत पवित्र होता है, बहुत अच्छा है वो सारी रीजंस के लिए. तो अभी वहाँ पर भी होपफुली स्टार्ट हो जाएगा, बट बलोंगी में तो टाई अप हुआ हुआ है. ਇਸ ਦੇ ਵਿੱਚ ਇੱਕ ਵੱਡਾ ਸਵਾਲ ਇਹ ਵੀ ਜ਼ਰੂਰ ਖੜਾ ਹੁੰਦਾ ਖਾਸ ਕਰਕੇ ਸੁਹਾਨੀ, ਕਿਉਂਕਿ ਜਦੋਂ ਵੀ ਕ੍ਰਿਮੇਸ਼ਨ ਹੁੰਦੀ ਹੈ ਜਾਂ ਅੰਤਿਮ ਸੰਸਕਾਰ ਹੁੰਦਾ ਉਸ ਵਕਤ ਜਦੋਂ ਲੱਕੜਾਂ ਲਗਾਈਆਂ ਜਾਂਦੀਆਂ ਨੇ ਉਸ ਲੱਕੜਾਂ ਦੀ ਕਾਸਟ ਵੀ ਹੁੰਦੀ ਹੈ, ਪੈਸੇ ਵੀ ਪੇ ਕਰਨੇ ਪੈਂਦੇ ਨੇ. ਜਦੋਂ ਇਸ ਆਪਾਂ ਕਾਓ ਡੰਗ ਲੌਗ ਦੀ ਗੱਲ ਕਰਦੇ ਹਾਂ, ਕੀ ਲੱਗਦਾ ਹੈ ਕਿ ਇਸ ਦੀ ਸਭ ਤੋਂ ਪਹਿਲੇ ਜੇਕਰ ਇੱਕ ਆਮ ਇਨਸਾਨ ਨੂੰ ਕੋਈ ਕਾਸਟਿੰਗ ਦੀ ਗੱਲ ਕੀਤੀ ਜਾਵੇ, ਲੱਗਦਾ ਨਹੀਂ ਇਹ ਕਾਸਟ ਇਫੈਕਟਿਵ ਵੀ ਹੈ, ਕਾਸਟ ਵੀ ਜ਼ਿਆਦਾ ਨਹੀਂ ਲੱਗੇਗੀ ਤੇ ਜਿੰਨੀ ਕਾਸਟ ਲੱਕੜਾਂ ਦੀ ਲੱਗ? नहीं, आप बिल्कुल ठीक कह रहे हो, बिकॉज ये एसेंशली फ्री ऑफ कॉस्ट ही होगी हमारे लिए. लाइक आई एम प्रीटी श्योर जब हम इसको एक्चुअली पूरा करेंगे सर्कुलेट तो बहुत ही कम पैसे या फिर एसेंशली फ्री ऑफ कॉस्ट में सर्कुलेट हो जाएगी. आप ठीक कह रहे हो कि लकड़ी के लिए काफ़ी पैसा भी चाहिए होता है, काफ़ी सारे आपको राइट्स भी चाहिए होते हैं कि अगर आपको ट्रीज़ काटने होते हैं वो सारी कॉम्प्लिकेशंस, तो ये सब कुछ ईजी हो जाएगा, सब कुछ सिंप्लीफाई हो जाएगा विद द हेल्प ऑफ काउ डंग लॉग्स. ਸੋ ਤਸਵੀਰਾਂ ਇੱਕ ਵਾਰ ਤੁਹਾਨੂੰ ਫੇਰ ਦਿਖਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੁਝ ਕਾਓ ਡੰਗ ਲੌਗਸ ਜਿਹੜੇ ਨੇ ਉਹ ਬਣਾ ਕੇ ਰੱਖੇ ਗਏ ਨੇ
ਖਾਸ ਕਰਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਤੇ ਇੱਧਰ ਦੂਸਰੇ ਪਾਸੇ ਇਹ ਮਸ਼ੀਨ ਜੋ ਕਿ ਸੁਹਾਨੀ ਇੱਥੇ ਲੈ ਕੇ ਆਈ ਹੈ, ਉਹ ਮਸ਼ੀਨ ਇੱਥੇ ਚੱਲ ਰਹੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਮਸ਼ੀਨ ਦੇ ਉੱਪਰਲੇ ਭਾਗ ਦੇ ਵਿੱਚ ਜਿਹੜਾ ਗੋਹਾ ਜੋ ਕਿ ਨਾਰੀਅਲ ਦੇ ਬੁਰਾਦੇ ਨਾਲ ਮਿਕਸ ਕਰਕੇ ਇਹਦੇ ਵਿੱਚ ਪਾਇਆ ਜਾਂਦਾ, ਜਿਸ ਤੋਂ ਬਾਅਦ ਇਹ ਮਸ਼ੀਨ ਜਿਹੜੀ ਹੈ ਕੁਝ ਇਸ ਤਰੀਕੇ ਦੇ ਨਾਲ ਇਹ ਸ਼ੇਪ ਜਿਹੜੀ ਹੈ ਉਹ ਕਾਊਡੰਗ ਲੌਗ ਦੀ ਜਿਹੜੀ ਹੈ ਉਹ ਬਣਾਉਂਦੀ ਹੈ। ਤੇ ਜਦੋਂ ਇੱਕ ਪੂਰਾ ਇਹ ਸ਼ੈਲਫ ਇੱਥੇ ਤੱਕ ਭਰ ਜਾਂਦਾ ਹੈ ਤਾਂ ਇਸ ਨੂੰ ਉਹ ਸਾਹਮਣੇ ਪਾਸੇ ਜਿਹੜਾ ਹੈ ਸੁਕਾਉਣ ਲਈ ਰੱਖ ਦਿੱਤਾ ਜਾਂਦਾ। ਤਸਵੀਰਾਂ ਤੁਹਾਨੂੰ ਹੁਣੇ ਦਿਖਾਵਾਂਗੇ ਵੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਪੂਰਾ ਜਦੋਂ ਭਰ ਜਾਏਗਾ, ਇੱਥੇ ਤੱਕ ਪਹੁੰਚ ਜਾਏਗਾ, ਉਸ ਵਕਤ ਜਿਹੜਾ ਇਸ ਨੂੰ ਸੁਕਾਉਣ ਦੇ ਲਈ ਜਿਹੜਾ ਦੂਸਰੇ ਪਾਸੇ ਰੱਖ ਦਿੱਤਾ ਜਾਏਗਾ। ਸੁਹਾਨੀ, ਖਾਸ ਕਰਕੇ ਜਦੋਂ ਗੱਲ ਕਰਦੇ ਆ ਲੱਕੜੀ ਦੀ, ਲੱਕੜ ਜਿਹੜੀ ਹੈ ਅੱਗ ਫੜ ਲੈਂਦੀ ਹੈ, ਬਹੁਤ ਛੇਤੀ ਅੱਗ ਫੜਦੀ ਹੈ ਔਰ ਦਿਖਦੀ ਵੀ ਹੈ। ਅਕਸਰ ਕਿਹਾ ਜਾਂਦਾ ਕਿਉਂਕਿ ਪੰਜਾਬ ਦੇ ਪਾਥੀਆਂ ਬਣਦੀਆਂ ਜਿਹਨੂੰ ਉਪਲੇ ਵੀ ਕਹਿੰਦੇ ਨੇ ਆਪਾਂ ਹਿੰਦੀ ਦੇ ਵਿੱਚ, ਉਹ ਬਣਦੇ ਸੀਗੇ। ਉਸ ਦੇ ਵਿੱਚ ਜਦੋਂ ਕਹਿੰਦੇ ਜਦੋਂ ਅੱਗ ਲਗਾਈ ਜਾਂਦੀ ਉਹ ਸੁਲਗਦਾ। ਕਿ ਇਹ ਇੱਕ ਨੋਰਮਲ ਲੱਕੜੀ ਵਾਕਨ ਸੜਦਾ ਹੈ ਕਿ ਇਹ ਵੀ ਉਸੇ ਤਰੀਕੇ ਨਾਲ ਸੁਲਗਦਾ? सुलगदा क्या होता है? ਜਿਸਦੇ ਅੰਦਰ ਕਹਿੰਦੇ ਕਿ ਅੱਗ ਜਲਦੀ ਦਿਖਦੀ ਹੈ ਜਾਂ ਜਿੱਦਾਂ ਕੋयला ਜਲਦਾ ਹੈ, ਕੋयले ਵਾਕਨ ਸੁਲਗਦੀ ਹੈ। हाँ, तो होपफुली वैसे ही आई थिंक करती है। पर द थिंग इज़ कि अगर जैसे मान लो कम कर रही है तो हमने ये भी सोचा है कि हम लकड़ी के साथ मिक्स कर भी कर लेंगे, मतलब लाइक 50-50 कर लेंगे कि वो जैसे वो आग दिखती है वो भी आ जाएगी एंड साथ साथ ये भी, क्योंकि इसकी कैलोरीफिक वैल्यू तो ज़्यादा है, मतलब ज़्यादा हीट तो प्रोड्यूस होती ही है। तो आई थिंक वैसे तो करती है ये भी, वो प्रोड्यूस फ्लेम्स भी। पर अगर कभी ऐसा लगे कि कम कर रही है तो हम हमेशा इसके अंदर लकड़ी भी डाल सकते हैं कि ਸਾਡੇ ਨਾਲ ਇੱਥੇ ਇਸ ਗਊਸ਼ਾਲਾ ਦੇ ਆਰਗੇਨਾਈਜ਼ਰ ਵੀ ਮੌਜੂਦ ਨੇ, ਪ੍ਰਦੀਪ ਜੀ। ਸੋ ਪ੍ਰਦੀਪ ਜੀ, ਸਭ ਤੋਂ ਪਹਿਲਾ ਸਵਾਲ ਤੁਹਾਡਾ ਨਾਲ ਇਹ ਆਉਂਦਾ ਕਿ ਜਦੋਂ ਇਹ ਆਈਡੀਆ ਸੁਹਾਨੀ ਵੱਲੋਂ ਇੱਥੇ ਲਿਆਂਦਾ ਗਿਆ ਸੀਗਾ, ਤੁਹਾਡੀ ਗਊਸ਼ਾਲਾ ਵੱਲੋਂ ਕਿਸ ਤਰੀਕੇ ਨਾਲ ਇਸ ਉੱਤੇ ਰਿਐਕਟ ਕੀਤਾ ਗਿਆ, ਕਿਸ ਤਰੀਕੇ ਨਾਲ ਸੁਹਾਨੀ ਦੀ ਮਦਦ ਲਈ ਅੱਗੇ ਵਧਿਆ? ਸਾਨੂੰ ਬਹੁਤ ਅੱਛਾ ਲੱਗਿਆ ਕਿ ਇੱਕ ਛੋਟੀ ਉਮਰ ਦੀ ਬੱਚੀ ਹੈ, ਥੋੜ੍ਹਾ ਜਿਹਾ ਆਪਣਾ ਉਪਰਾਲਾ ਕਰ ਰਹੀ ਹੈ। ਔਰ ਇਹ ਸਭ ਤੋਂ ਵੱਡੀ ਇੱਕ ਇਹ ਚੀਜ਼ ਹੈ ਕਿ ਇਹ ਲੱਕੜ ਜਿਹੜਾ ਅਸੀਂ ਪੇੜ ਰੋਜ਼ ਕੱਟਦੇ ਹਾਂ ਉਹਦੀ ਕਿਸੇ ਹੱਦ ਤੱਕ 25% ਤੱਕ ਤਾਂ ਲੱਕੜ ਕੱਟਣ ਦਾ ਹਟ ਜਾਏਗੀ। ਔਰ ਇਹ ਇੱਕ ਐਸੀ ਚੀਜ਼ ਹੈ, ਇੱਕ ਸ਼ੁੱਧ ਮੰਨੀ ਜਾਂਦੀ ਹੈ। ਤੇ ਨੰਬਰ 2 ਤੇ ਜਦੋਂ ਅਸੀਂ ਇਹਨੂੰ ਜਲਾਉਂਦੇ, ਇਹਦੀ ਜਿਹੜੀ ਫਲੇਮ ਹੈ ਨਾ, ਇਹ ਬਹੁਤ ਦੇਰ ਤੱਕ ਰਹਿੰਦੀ ਹੈ, ਲੱਕੜ ਜਲ ਕੇ ਖਤਮ ਹੋ ਜਾਂਦੀ ਹੈ, ਇਹ ਹਾਲੇ ਤੱਕ ਸੁਲਗਦੀ ਰਹਿੰਦੀ ਹੈ। ਇਹ ਬਹੁਤ ਫਾਇਦੇਮੰਦ ਹੈ ਇਸ ਚੀਜ਼ ਵਾਸਤੇ ਵੀ। ਤੇ ਫਿਰ ਕਿੱਦਾਂ ਦੇਖੀ, ਕਿਉਂਕਿ ਇਹਨਾਂ ਨੇ ਕਹਿਣਾ ਕਿ ਤੁਸੀਂ ਗਊਸ਼ਾਲਾ ਜਦੋਂ ਪਤਾ ਕੀਤਾ ਲਗਭਗ 2.5 ਟਨ ਗੋਹਾ ਹਰ ਰੋਜ਼ ਜਿਹੜਾ ਹੈ ਉਹ ਇੱਥੇ ਮਤਲਬ ਜਿਹੜੇ ਗਾਵਾਂ ਮੱਝਾਂ ਜਿਹੜੀਆਂ ਇੱਥੇ ਹੈਗੀਆਂ ਨੇ ਗਊਸ਼ਾਲਾ ਦੇ ਵਿੱਚ ਉਹ ਕਰਦੀਆਂ ਨੇ ਤੇ ਉਸ ਨੂੰ ਇਸਤੇਮਾਲ ਕੀਤਾ ਜਾਂਦਾ। ਸੋ ਕਿੱਦਾਂ ਦੇਖਿਆ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਕਾਊਡੰਗ ਲੌਗਸ ਜਿਹੜੇ ਬਣਾਏ ਜਾਣਗੇ, ਇਸ ਨੂੰ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ 'ਚ ਇਸਤੇਮਾਲ ਕੀਤਾ ਜਾਏਗਾ? ਕੀ ਇਹ ਸਿਰਫ ਅੰਤਿਮ ਸੰਸਕਾਰ ਦੇ ਲਈ ਵਰਤੀਆਂ ਜਾ ਸਕਦੀਆਂ ਨੇ ਜਾਂ ਫਿਰ ਹੋਰ ਵੀ ਕੁਝ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਫਿਰ ਭਾਵੇਂ ਉਹ ਹਵਨ ਹੋਵੇ ਜਾਂ ਕੁਝ ਹੋਰ ਚੀਜ਼ਾਂ ਹੋਣ, ਉਹਨਾਂ ਲਈ ਵਰਤੀਆਂ ਜਾ ਸਕਦੀਆਂ? ਦੇਖੋ ਜੀ, ਸੰਸਕਾਰ ਵਾਸਤੇ ਤਾਂ ਅਸੀਂ ਬਲਕ ਕੁਆਂਟੀਟੀ ਯੂਜ਼ ਕਰਾਂਗੇ, ਅਦਰਵਾਈਜ਼ ਤੁਸੀਂ ਹਵਨ ਯੂਜ਼ ਕਰਦੇ ਹੋ। ਤੁਸੀਂ ਦੇਖੋ ਕਿ ਇਹਦੇ ਹਵਨ ਤੋਂ ਇਲਾਵਾ ਅਸੀਂ ਇੱਕ ਛੋਟੇ ਜਿਹੇ ਹੋਰ ਪ੍ਰੋਡਕਟ ਯੂਜ਼ ਕੀਤੇ ਹੈ, ਗੋਬਰ ਦੇ ਦੀਵੇ ਬਣਾਏ ਹੈ। ਜਦੋਂ ਅਸੀਂ ਨੋਰਮਲ ਦੀਵਾਲੀ ਦੇ ਦੀਵੇ ਬਣਾਉਂਦੇ ਹਾਂ ਉਹ ਅਸੀਂ ਯੂਜ਼ ਕਰਨ ਤੋਂ ਬਾਅਦ ਸੁੱਟ ਦਿੰਦੇ ਹਾਂ, ਬਟ ਇਸ ਨੂੰ ਯੂਜ਼ ਕਰਨ ਤੋਂ ਬਾਅਦ ਅਸੀਂ ਆਪਣਾ ਪੌਦਿਆਂ 'ਚ ਪਾ ਦਾਂਗੇ, ਖਾਦ ਦਾ ਕੰਮ ਕਰਨਗੇ। ਇੱਕ ਤਾਂ ਤੁਹਾਡੀ ਜਿਹੜੀ ਵੇਸਟੇਜ ਹੈ ਬਿਲਕੁਲ ਹੀ ਖਤਮ ਹੋ ਗਈ, ਠੀਕ ਹੈ। ਸੈਕੰਡਲੀ ਇਹ ਸ਼ੁੱਧ ਮੰਨਿਆ ਜਾਂਦਾ, ਇਸ ਕਹਿੰਦੇ ਲక్ష్ਮੀ ਦਾ ਵਾਸ ਹੈ। ਅਸੀਂ ਚਾਹੁੰਦੇ ਹਾਂ ਵੀ ਹਰ ਘਰ 'ਚ ਇਹ ਪਹੁੰਚਿਆ ਜਾਵੇ। ਇਹਦੇ ਨਾਲ ਅਸੀਂ ਇੱਕ ਹੋਰ ਉਪਰਾਲਾ ਕੀਤਾ ਕਿ ਇੱਕ ਗਮਲੇ ਬਣਾਏ ਹੈ। ਗਮਲੇ 'ਚ ਕੀ ਆ, ਪਹਿਲਾਂ ਅਸੀਂ ਪਲਾਸਟਿਕ ਯੂਜ਼ ਕਰਦੇ ਸੀਗੇ, ਪਲਾਸਟਿਕ ਦੇ ਲਿਫਾਫੇ ਨਾਲ ਕੀ ਹੈ ਕਿ ਪੋਲਿਊਸ਼ਨ ਵੱਧ ਰਿਹਾ ਸੀਗਾ। ਹੁਣ ਇਹ ਗਮਲੇ 'ਚ ਪੌਦਾ ਲਗਾਇਆ, ਇਹਨੂੰ ਐਜ਼ ਇਟ ਇਜ਼ ਮਿੱਟੀ 'ਚ ਗੱਡਤਾ ਤੇ ਖਾਦ ਦੀ ਖਾਦ ਮਿਲ ਗਈ, ਔਰ ਨਾ ਪੇੜ ਖਰਾਬ ਹੋਏਗਾ ਔਰ ਪੌਦਾ ਬੜੀ ਅੱਛੀ ਵਧੇਗਾ। ਠੀਕ ਹੈ। ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਖਾਸ ਕਰਕੇ ਜਿਹੜਾ ਇਹ ਲੌਗਸ ਜਿਹੜੇ ਨੇ ਬਣਾਏ ਜਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੌਗ ਜਿਹੜਾ ਉਹ ਬਣ ਗਿਆ ਤੇ ਬਣਨ ਤੋਂ ਬਾਅਦ ਹੁਣ ਇਸ ਨੂੰ ਸੁਕਾਉਣ ਦੇ ਲਈ ਜਿਹੜਾ ਹੈ ਉਹ ਬਾਹਰ ਲਿਜਾਂਦਾ ਜਾਏਗਾ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ ਧੁੱਪ ਜਿਹੜੀ ਖਿੜੀ ਹੋਈ ਹੈ ਉਸ ਤੁਸੀਂ ਦੇਖ ਸਕਦੇ ਹੋ ਕਿ ਧੁੱਪ ਵਾਲੇ ਪਾਸੇ ਜਿਹੜਾ ਹੁਣ ਇਹਨੂੰ ਸੁੱਕਣੇ ਪਾਣ ਜਿਹੜਾ ਉਹ ਰੱਖਿਆ ਜਾਏਗਾ ਤਾਂ ਜੋ ਇਹ ਹਾਰਡ ਹੋ ਸਕੇ ਤੇ ਇੱਕ ਜਿਹੜਾ ਕਹਿ ਲਈਏ ਕਿ ਲੌਗ ਜਿਹੜਾ ਜਿਹਨੂੰ ਆਪਾਂ ਕਹਿੰਦੇ ਇਹਨੂੰ ਕਾਊਡੰਗ ਲੌਗ ਕਹਿ ਰਹੇ ਹਾਂ, ਉਹ ਕਾਊਡੰਗ ਲੌਗ ਜਿਹੜਾ ਉਹ ਬਣ ਸਕੇ, ਸੁੱਕ ਕੇ ਇਹ ਐਜ਼ ਇਟ ਇਜ਼ ਜਿਹੜਾ, ਕਿਉਂਕਿ ਜੋ ਕਿ ਸੁਹਾਨੀ ਦਾ ਵੀ ਕਹਿਣਾ ਹੈ ਕਿ ਰਿਸਰਚ ਕੀਤਾ ਉਸ ਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਕਾਊਡੰਗ ਹੁੰਦਾ ਉਸ ਦੀ ਕੈਲੋਰੀਫਿਕ ਵੈਲਿਊ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ, ਜਿਸ ਨਾਲ ਇਹ ਜ਼ਿਆਦਾ ਦੇਰ ਜਵਲਨਸ਼ੀਲ ਰਹਿੰਦਾ, ਜ਼ਿਆਦਾ ਦੇਰ ਜਿਹੜਾ ਭਖਦਾ ਰਹਿੰਦਾ। ਸੋ ਜਿੱਥੇ ਇੱਕ ਪਾਸੇ ਇਕੱਲੇ ਕਹਿ ਲਈਏ ਕ੍ਰੀਮੇਸ਼ਨ ਦੇ ਲਈ ਅਤੇ ਸੰਸਕਾਰ ਦੇ ਲਈ ਨਹੀਂ, ਬਲਕਿ ਹੋਰ ਵੀ ਜਿਹੜੇ ਖਾਸ ਕਰਕੇ ਕੰਮ ਜਿਹੜੇ ਨੇ ਕੀਤੇ ਜਾਂਦੇ ਨੇ, ਫਿਰ ਭਾਵੇਂ ਉਹ ਹਵਨ ਹੋਵੇ ਜਾਂ ਕਹਿ ਲਈਏ ਕਿ ਤੁਸੀਂ ਅਗਰ ਆਪਣੇ ਘਰਾਂ ਦੇ ਵਿੱਚ ਵੀ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਸਭ ਚੀਜ਼ਾਂ ਦੇ ਵਿੱਚ ਇਸ ਕਾਊਡੰਗ ਲੌਗ ਨੂੰ ਜਿਹੜਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿਤੇ ਨਾ ਕਿਤੇ ਕਹਿ ਲਈਏ ਕਿ ਜਿਹੜੇ ਪੇੜ ਉਮਰ ਤੋਂ ਪਹਿਲਾਂ ਹੀ ਕੱਟ
ਕੱਟ ਦਿੱਤੇ ਜਾਂਦੇ ਨੇ ਕਿਉਂਕਿ ਜ਼ਿਕਰ ਜਿੱਦਾਂ ਸੁਹਾਨੀ ਨੇ ਕੀਤਾ ਕਿ ਇੱਕ ਪਿੱਪਲ ਦੇ ਪੇੜ ਦੀ ਉਮਰ ਜਾਂ ਫਿਰ ਅੰਬ ਦੇ ਪੇੜ ਦੀ ਉਮਰ ਜਿਹੜੀ 300 400 ਸਾਲ ਹੁੰਦੀ ਹੈ ਉਹਨਾਂ ਨੂੰ 15-20 ਸਾਲਾਂ ਦੇ ਵਿੱਚ ਕੱਟ ਦਿੱਤਾ ਜਾਂਦਾ ਹੈ। ਇੱਕ ਤਾਂ ਉਹਨਾਂ ਪੇੜਾਂ ਦੀ ਲਾਈਫ ਬਚੇਗੀ, ਉਹਨਾਂ ਪੇੜਾਂ ਦੀ ਜ਼ਿੰਦਗੀ ਬਚੇਗੀ। ਦੂਜਾ, ਪੇੜਾਂ ਦੀ ਕਟਾਈ ਜੇ ਘੱਟ ਹੋਏਗੀ ਤਾਂ ਸਾਡੇ ਵਾਤਾਵਰਣ ਦੇ ਵਿੱਚ ਜਿਹੜੀ ਹੈ ਉਸ ਦੇ ਵਿੱਚ ਵੀ ਜਿਹੜੀ ਹੈ ਸਫਾਈ ਜ਼ਿਆਦਾ ਰਹੇਗੀ। ਤੀਸਰਾ, ਸਭ ਤੋਂ ਵੱਡੀ ਗੱਲ ਕਿ ਜੇਕਰ ਇਸ ਕਾਊ ਡੰਗ ਨੂੰ ਇਸਤੇਮਾਲ ਕੀਤਾ ਜਾਏਗਾ, ਇਸ ਨਾਲ ਪਵਿੱਤਰਤਾ ਦਾ ਵੀ ਖਿਆਲ ਰੱਖਿਆ ਜਾਏਗਾ ਤੇ ਨਾਲੋਂ ਨਾਲ ਜਿਹੜਾ ਕਿਹਾ ਜਾਂਦਾ ਹੈ ਕਿ ਐਨਵਾਇਰਨਮੈਂਟ ਦਾ ਖਿਆਲ ਰੱਖਣਾ, ਵਾਤਾਵਰਣ ਦਾ ਖਿਆਲ ਰੱਖਣਾ ਬੇहद ਜ਼ਰੂਰੀ ਹੈ, ਉਸ ਦਾ ਵੀ ਖਿਆਲ ਨਾਲ ਬਣਿਆ ਰਹੇਗਾ। ਕੈਮਰਾ ਪਰਸਨ ਰਵਿੰਦਰ ਡੋਗਰਾ ਦੇ ਨਾਲ ਸਾਜਿਦ ਨਰੂਲਾ, ਲਿਵਿੰਗ ਇੰਡੀਆ ਨਿਊਜ਼, ਮੋਹਾਲੀ।